ਤੇ ਉਸਤਾਦ ਜੀ ਆਖਰ ਮੁਜਰਬਾਤ ਦਾ ਵੀ ਤੇ ਕੋਈ ਮਕਾਮ ਹੈ ਜਦੋਂ ਇੱਕ ਬੰਦੇ ਦੇ ਸਾਹਮਣੇ ਲਾਈਨ ਹੀ ਨਹੀਂ ਵਾਜ਼ੇ, ਇੱਕ ਬੰਦੇ ਦੇ ਸਾਹਮਣੇ ਲਾਈਨ ਹੀ ਨਹੀਂ ਵਾਜ਼ੇ, ਉਹਨੂੰ ਦੇਖੋ ਕਿਤਾਬਾਂ ਭਰੀਆਂ ਪਈਆਂ, ਦੇਖੋ ਗੱਲ ਸੁਣੋ ਮੈਂ ਤੁਹਾਨੂੰ ਦੱਸਦਾ, ਮੁਜਰਬ ਉਹ ਹੁੰਦਾ ਜਿਹੜਾ ਉਸਤਾਦ ਨੇ ਬਾਰ-ਬਾਰ ਅਜ਼ਮਾਇਆ, ਉਹ ਦੱਸ ਦੇਵੇ ਭਾਈ ਆਹ ਕਰੇਗਾ ਤੇ ਇਹਦੇ ਨਾਲ ਇਦਾਂ ਹੀ ਹੋਣਾ। ਉਹ ਸਾਨੂੰ ਤਾਂ ਸਾਧਨ ਨੇ ਉਹ ਦੱਸਿਆ ਵੀ ਉਹ ਕਰੋ ਤੇ ਆ ਫੇਰ ਬੁਝਾਇਆ ਉਹ ਚੀਜ਼ ਤੁਸੀਂ ਏਦਾਂ ਕਰੋ, ਇੱਕ ਥਾਂ ਤੇ ਲੂਣ ਮਿਰਚ 20 ਕਦੇ ਕੈਪਸੂਲ ਭਰ ਲਓ, ਲੂਣ ਤੇ ਮਿਰਚ ਨਹੀਂ ਮਿਰਚ ਕੱਲੀ, ਇੱਕ ਥਾਂ ਤੇ ਹਲਦੀ ਕੱਲੀ ਦੇ ਭਰ ਲਓ, ਇੱਕ ਥਾਂ ਤੇ ਤੁਸੀਂ ਔਲੇ ਭੇੜੇ ਹਰਾਂ ਲੈ ਕੇ ਪੀ ਲਓ, ਇੱਕ ਥਾਂ ਤੇ ਤੁਸੀਂ ਕਲਮੀ ਸ਼ੋਰਾ ਤੇ ਜੌਂ ਖਾਰ ਤੇ ਕਾਸਨੀ ਇਹ ਪੀ ਲਓ। 4 ਚੀਜ਼ਾਂ ਇਹ ਬਣ ਗਈਆਂ ਤੁਹਾਡੀਆਂ ਜੀ। ਉਹਨਾਂ ਨੂੰ ਦੇਣਾ ਕਿੱਥੇ ਆ ਇਹ ਵੀ ਵੇਖੋ ਜੀ। ਉਹ ਮਿਰਚਾਂ ਦੇਣੀਆਂ ਕਿਹਨੂੰ ਆ ਇਹ ਵੀ ਹੁਣ ਪਤਾ ਲੈ ਲਓ। ਹਲਦੀ ਪੀ ਲਿਓ ਕਿਹਨੂੰ ਦੇਣੀ ਆ ਹੈ, ਜੌਂ ਘਰ ਕਲਮੀ ਸ਼ੋਰਾ ਪੀਣਾ ਕਿਹਨੂੰ ਦੇਣਾ, ਔਲੇ ਭੇੜੇ ਕਿਹਨੂੰ ਦੇਣੇ ਆ। ਉਹ ਇਹ ਸੋਚ ਬਣਾਓ, ਤੁਰਿਆ ਜਾਂਦਿਆਂ ਇਲਾਜ ਕਰ ਦੀਦਾ ਬੰਦਾ, ਸਿਰਫ ਤੁਰਿਆ ਜਾਂਦਿਆਂ। ਆਪਣੇ ਇਲਮ ਨੂੰ ਇੰਨਾ ਵਧਾਓ, ਇੰਨੀ ਸੋਚ ਪੈਦਾ ਕਰੋ, ਮਰੀਜ਼ ਨੂੰ ਵੇਖੋ, ਤੁਸੀਂ ਵੇਖ ਲਓ, ਵੇਖਦਿਆਂ ਸਾਰਿਆਂ ਨੂੰ ਦੱਸ ਦਿਓ ਵੀ ਤੂੰ ਤੈਨੂੰ ਆਹ ਮਰਜ਼ਿਆ ਤੇ ਤੈਨੂੰ ਆਹ ਇਲਾਜ। ਸਾਜੀ ਮਿਰਚਾਂ ਕਿਹਨੂੰ ਦੇਣੀਆਂ ਹੁਣ ਹੈ, ਮਿਰਚਾਂ ਕਿਹਨੂੰ ਦੇਣੀਆਂ ਹੁਣ ਤੈਨੂੰ ਤੇਰਾ ਹੀ ਦਿਮਾਗ ਤੇਜ਼ ਕਰਨਾ ਜਾਂ ਉਹਨੂੰ ਦੇ ਵੀ ਅਜੇ ਵੀ ਅੱਖ ਨਹੀਂ ਖੁੱਲਦੀ। ਮੈਂ ਤਾਂ ਨਾ ਖੋਲੇ ਤੇ ਮੈਨੂੰ ਨੀਵੇਂ ਦਾ ਬਹਾ ਲਿਓ। ਚਾਹੇ ਜਵਾਰੇ ਜਾਦੂ ਮਿਰਚਾਂ ਚਾਹੇ ਜਵਾਰੇ ਜਾਦੂ ਸਾ ਜਾਂ ਖੂਨੀ ਦੋਨਾਂ ਹੀ ਫਰਕ ਹੈ। ਹਾਂਜੀ ਫਰਕ ਤੇ ਦੋਨਾਂ ਲਾਜ਼ਮੀ ਗੱਲ ਇਹ ਪਤਾ ਹੋਣਾ ਹੈ ਜਵਾਰੇ ਜਾਲੀ ਨੂੰ ਕਿਹਨੂੰ ਦੇਣੀ ਹੈ ਜਾਂ ਜਵਾਰੇ ਖੂਨੀ ਕਿਹਨੂੰ ਦੇਣੀ ਹੈ। ਹਾਂਜੀ ਇਹਦੀ ਤਸ਼ਖੀਸ ਹੀ ਤੇ ਇਲਾਜ ਹੈ। ਨੁਸਖੇ ਤੇ ਬੇਦਾ ਹੈ। ਹਾਂਜੀ ਖਰਾਬਾ ਦੀ ਨਹੀਂ ਨੁਸਖੇ ਕਿੰਨੇ ਕੰਮ ਕਰਦੇ ਨਹੀਂ, ਲੇਕਿਨ ਕੰਮ ਉੱਥੇ ਕਰਨੇ ਜਿੱਥੇ ਤੁਸੀਂ ਸਹੀ ਦੇਣਾ ਹੈ। ਜੱਜ ਕਰ ਕੰਮ ਕਰਦੇ ਤਾਂ ਹੁਣ ਤਾਂ ਬੰਦੇ ਪਏ ਨਾ, ਹੁਣ ਤਾਂ ਬੰਦੇ ਪਏ ਨਹੀਂ ਤੇ ਸਿੱਖਾਂ ਵਾਲਾ ਕੰਮ ਕਰੋ। ਹਾਂ ਦੇਸੀ ਦਵਾਈਆਂ ਅੰਗਰੇਜ਼ੀ ਦਵਾਈਆਂ 20 ਕੇ ਰਲਾ ਕੇ ਦੇਈ ਜਾਓ। 2 ਮਹੀਨੇ ਇੱਕ ਥਾਂ ਤੇ ਤੁਸੀਂ ਰਹਿਣਾ, ਮੁੜ ਕੇ ਤੁਸੀਂ ਉੱਥੋਂ ਨਵੇਂ ਥਾਂ ਤੇ ਦੁਕਾਨ ਪਹਿਲਾਂ ਪਾਈ ਹੋਵੇ, 2 ਮਹੀਨੇ ਉੱਥੇ ਰਹਿ ਕੇ ਲੁੱਟ ਕੇ ਲੋਕਾਂ ਨੂੰ ਲੈ ਜਾਓ ਉੱਥੇ ਬਾਈਪਾਸ। ਫਿਰ ਉਸ ਤੋਂ ਅੱਗੇ ਤੁਸੀਂ ਦੁਕਾਨ ਵੇਖੀ ਹੋਵੇ, ਕਿਰਾਇਆ ਐਡਵਾਂਸ ਦਿੱਤਾ ਹੋਵੇ, ਉਸ 2 ਮਹੀਨੇ ਲਾਏ, ਫਿਰ ਉੱਥੋਂ ਨਿਕਲਣਾ ਤਾਂ ਉੱਥੇ ਚਲ ਜਾਣਾ। ਲੁੱਟੀ ਫਿਰ ਉਹ ਲੋਕਾਂ ਨੂੰ ਪੈਸੇ ਜਮ੍ਹਾਂ ਕਰ ਲਓ, ਕਿਆਮਤ ਵਾਲੇ ਦਿਨ ਫਿਰ ਡਾਂਗਾ ਖਾਣ ਨੂੰ ਤਿਆਰ ਹੋ ਜਾਓ। ਸਾਜੀ ਫਿਤਰੀ ਮਿਜ਼ਾਜ ਮਤਲਬ ਜ਼ਾਹਰਾ ਹਰ ਬੰਦੇ ਦਾ ਕੋਈ ਫਿਤਰੀ ਮਿਜ਼ਾਜ ਵੀ ਹੋਏਗਾ, ਉਹਦੇ ਮੁਤਲਕ ਥੋੜਾ ਜਿਹਾ ਇਰਸ਼ਾਦ ਫਰਮਾਓ। ਫਿਤਰੀ ਕੀ ਹੁੰਦੀ ਆ? ਮਤਲਬ ਜਮਾਂਦਰੂ ਜਿਹੜਾ ਕੋਈ ਮਿਜ਼ਾਜ ਵੀ ਹੁੰਦਾ ਕਿ ਮਿਜ਼ਾਜ ਹਰ ਵੇਲੇ ਬਦਲਦੇ ਰਹਿੰਦੇ ਬੰਦੇ? ਮਿਜ਼ਾਜ ਹਰ ਵੇਲੇ 24 ਘੰਟਿਆਂ 'ਚ ਬਦਲਦਾ। ਸਵੇਰ ਵਾਲਾ ਸ਼ਾਮ ਨੂੰ ਨਹੀਂ, ਸ਼ਾਮ ਵਾਲਾ ਅੱਧੀ ਰਾਤ ਨੂੰ ਨਹੀਂ, ਅੱਧੀ ਰਾਤ ਵਾਲਾ ਦੁਪਹਿਰ ਨੂੰ ਨਹੀਂ, 24 ਘੰਟੇ ਬਦਲਦਾ। ਫਿਰ ਉਮਰ ਦੇ ਹਿਸਾਬ ਨਾਲ ਬਦਲਦਾ, ਹਰ 10 ਸਾਲ ਬਾਅਦ ਬਦਲ ਜਾਂਦਾ। ਇਹਦੀ ਤਫਸੀਲ ਸਾਰੀ ਕਰ। ਹਾਂਜੀ ਇਹਦੀ 10 ਸਾਲਾਂ ਵਾਲੀ ਤਫਸੀਲ। 10 ਸਾਲ ਤੱਕ ਰਤੂਬਤ ਤੇ ਹਰਾਰਤ ਜਿਸਮ ਦੇ ਸਭ ਤੋਂ ਜ਼ਿਆਦਾ ਹੁੰਦੀ ਆ ਪਹਿਲੇ 10 ਸਾਲਾਂ 'ਚ। ਪਹਿਲੇ 10 ਸਾਲ। ਠੀਕ ਹੈ ਜੀ। ਦੂਸਰੇ 10 ਸਾਲਾਂ ਦੇ ਵਿੱਚ ਰਤੂਬਤ ਘਟਣੀ ਸ਼ੁਰੂ ਹੁੰਦੀ ਹੈ ਤੇ ਹਰਾਰਤ ਉੱਥੇ ਹੀ ਰਹਿੰਦੀ ਹੈ। ਤੀਸਰੇ 10 ਸਾਲਾਂ ਦੇ ਵਿੱਚ ਰਤੂਬਤ ਮਜ਼ੀਦ ਘਟ ਜਾਂਦੀ ਆ, ਹਰਾਰਤ ਵੱਧ ਜਾਂਦੀ ਆ। ਚੌਥੇ 10 ਸਾਲਾਂ ਦੇ ਵਿੱਚ ਮਾਮੂਲੀ ਹਰਾਰਤ ਰਹਿ ਜਾਂਦੀ ਆ, ਮਾਮੂਲੀ ਰਤੂਬਤ ਰਹਿ ਜਾਂਦੀ ਆ ਤੇ ਹਰਾਰਤ ਫੁੱਲ ਹੁੰਦੀ ਆ। 40 ਸਾਲ ਤੱਕ 40 ਤੋਂ 50 ਜਾਂਦਾ ਹੈ ਤੇ ਫਿਰ ਥੋੜੀ ਜਿਹੀ ਖੁਸ਼ਕੀ ਆਉਂਦੀ, ਰਤੂਬਤ ਘਟਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ ਨਹੀਂ ਜੇ ਘਟਦੀ ਕਿਸੇ ਸ਼ੈ ਦੇ ਵਿੱਚ ਵੀ। ਇੱਕ ਲੱਕੜ ਹੀ ਆ ਨਾ, ਇਹਦੇ ਵਿੱਚ ਵੀ 4 ਚੀਜ਼ਾਂ ਮੌਜੂਦ ਆ। ਜਦੋਂ ਉਹਦੇ ਵਿੱਚੋਂ ਕੋਈ ਇੱਕ ਮਾਈਨਸ ਹੋ ਜਾਂਦੀ ਚੀਜ਼ ਤੇ ਉਹ ਮਿੱਟੀ ਵਾਂਗੂ ਐਵੇਂ ਪੁਰ ਜਾਂਦੀ ਆ। ਬੰਦੇ ਦੇ ਵਿੱਚ ਵੀ ਇਹ 4 ਚੀਜ਼ਾਂ ਮੌਜੂਦ ਰਹਿੰਦੀਆਂ ਹਰ ਟਾਈਮ। ਸੋਨੇ ਦੇ ਵਿੱਚ ਵੀ ਇਹ 4 ਚੀਜ਼ਾਂ ਮੌਜੂਦ ਆ। ਤੁਹਾਡੀ ਗੋਭੀ ਅਸੀਂ ਇਹਨੇ ਮਖਾਤੀ ਸਾਬੀ ਆ, ਇਹਦੇ ਵਿੱਚ ਹਰਾਰਤ ਵੀ ਹੈਗੀ ਆ ਤੇ ਖੁਸ਼ਕੀ ਵੀ ਹੈਗੀ ਆ। ਖੁਸ਼ਕੀ ਨੇ ਉਹਦੇ ਵਜੂਦ ਨੂੰ ਕਾਇਮ ਰੱਖਿਆ।
ਤੇ ਜਿਹੜੀ ਹਰਾਰਤ ਹੈ ਉਹਦੇ ਨਾਲ ਉਹ ਜ਼ਿੰਦਾ। ਤੇ ਪਾਣੀ ਤੇ ਸਰਦੀ ਨੂੰ ਤੁਸੀਂ ਮੰਨ ਲਿਆ ਨਾ ਵੀ ਹੈਗੀ ਆ, ਨਹੀਂ ਦੋ ਕੈਫੀਅਤਾਂ ਜ਼ਾਰੀ ਆ ਤੇ ਦੋ ਬਾਤਨੀ ਆ। ਜਵੈਣ ਨੂੰ ਗਰਮ ਖੁਸ਼ਕ ਕਹਿ ਦਿੱਤਾ, ਗਰਮੀ ਖੁਸ਼ਕੀ ਸਾਨੂੰ ਦੇਖਦੀ ਆ, ਲੇਕਿਨ ਉਹਦੇ ਅੰਦਰ ਦੋ ਦੂਸਰੀਆਂ ਚੀਜ਼ਾਂ ਜਿਹੜੀਆਂ ਹੈ ਨਾ ਉਹ ਮੌਜੂਦ ਆ। ਅਗਰ ਮੌਜੂਦ ਨਾ ਹੋਣ ਤੇ ਜਵੈਣ ਨਹੀਂ ਹੈਗੀ, ਉਹ ਕਿਸੇ ਕੰਮ ਦੀ ਵੀ ਨਹੀਂ, ਉਹ ਮਿੱਟੀ ਆ। ਇਸ ਤਰ੍ਹਾਂ ਹੀ ਇਹ ਹਰ 10 ਸਾਲ ਬਾਅਦ ਜਿਹੜੀ ਹੈਗੀ ਨਾ ਉਮਰ ਬਦਲ ਜਾਂਦੀ ਆ, ਮਜ਼ਾਜ ਉਹਦਾ ਬਦਲਦਾ।